वाहिगुरु जी की फतेह। वाहिगुरु जी का खालसा वाहिगुरु जी की फतेह। हे सन ਗਿਆਨੀ ਬਲਕਾਰ ਸਿੰਘ ਜੀ, ਵਿਦਿਆਰਥੀ ਸੰਤ ਗਿਆਨੀ ਵੀਰ ਸਿੰਘ ਜੀ ਮੱਦੋਕੇ। ਹੁਣ ਗਿਆਨੀ ਭਾਈ ਨਛੱਤਰ ਸਿੰਘ ਜੀ ਅਲਾਚੌਰ, ਵਿਦਿਆਰਥੀ ਸੰਤ ਬਾਬਾ ਹਰਭਜਨ ਸਿੰਘ ਜੀ ਢੁੱਡੀਕੇ ਵਾਲੇ, ਉਹ ਮਹਾਂਪੁਰਖਾਂ ਦੇ ਸੰਬੰਧ ਦੇ ਵਿੱਚ ਆਪਣੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਗਿਆਨੀ ਭਾਈ ਨਛੱਤਰ ਸਿੰਘ ਜੀ ਅਲਾਚੌਰ ਵਾਲੇ, ਵਿਦਿਆਰਥੀ ਸੰਤ ਗਿਆਨੀ ਹਰਭਜਨ ਸਿੰਘ ਜੀ ਢੁੱਡੀਕੇ ਵਾਲੇ, ਉਹਨਾਂ ਤੋਂ ਗੁਰਮਤਿ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭਨਾਂ ਨੂੰ ਵੇਦਤ ਹੈ, ਅਤੀ ਸਤਿਕਾਰਯੋਗ ਸ੍ਰੀਮਾਨ ਸੰਤ ਗਿਆਨੀ ਵੀਰ ਸਿੰਘ ਜੀ ਮਹਾਂਪੁਰਸ਼ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ। ਉਹਨਾਂ ਮਹਾਂਪੁਰਖਾਂ ਦੇ ਦੁਸਹਿਰੇ ਸਮਾਗਮ ਵਿੱਚ ਆਪਾਂ ਇਕੱਤਰਤ ਹੋਏ ਹਾਂ। ਉਹਨਾਂ ਮਹਾਂਪੁਰਖਾਂ ਦੇ ਤਿਆਗ ਦੀ, ਵਿਦਵਤਾ ਦੀ ਔਰ ਨਿਮਰਤਾ ਦੀਆਂ ਬਾਤਾਂ ਆਪ ਜੀ ਨੇ ਵਿਦਵਾਨ ਜਨਾਂ ਦੇ ਪਾਸੋਂ ਸ਼ਰਵਣ ਕੀਤੀਆਂ। ਉਹਨਾਂ ਵਰਗੀ ਨਿਮਰਤਾ ਕਿਸੇ ਵਿੱਚ ਨਹੀਂ ਹੋਣੀ। ਕਿਸੇ ਸਮੇਂ ਢੁੱਡੀਕੇ ਨਗਰ ਦੇ ਵਿੱਚ 2000 ਸੰਨ ਦੇ ਵਿੱਚ ਸ੍ਰੀਮਾਨ ਸੰਤ ਗਿਆਨੀ ਹਰਭਜਨ ਸਿੰਘ ਜੀ ਮਹਾਂਪੁਰਸ਼ਾਂ ਕੋਲ ਵਿੱਦਿਆ ਪੜ੍ਹਨ ਵਾਸਤੇ ਆਇਆ ਸੀ। ਜਦੋਂ ਕਿਧਰੇ ਜਾਂ ਬੋਪਾ ਰਾਏ ਜਾਂ ਕਿਤੇ ਹੋਰ ਸਮਾਗਮ ਹੋਣਾ, ਗਿਆਨੀ ਜੀ ਨੇ ਕਹਿਣਾ, ਨਛੱਤਰ ਸਿੰਘ ਪਹਿਲਾਂ ਗਿਆਨੀ ਵੀਰ ਸਿੰਘ ਜੀ ਨੂੰ ਲੈ ਕੇ ਆ ਗੱਡੀ 'ਚ। ਜਦੋਂ ਗਿਆਨੀ ਵੀਰ ਸਿੰਘ ਜੀ ਨੂੰ ਬੇਨਤੀ ਕਰਨੀ ਪਈ, ਮਹਾਰਾਜ ਗਿਆਨੀ ਜੀ ਨੇ ਭੇਜਿਆ ਵੀ ਆਪ ਜੀ ਨੇ ਨਾਲ ਜਾਣਾ, ਤਾਂ ਉਹਨਾਂ ਨੇ ਗੱਡੀ ਵਿੱਚ ਬਹਿ ਜਾਣਾ। ਜਦੋਂ ਵਾਪਸ ਆਉਣਾ, ਕਈ ਵਾਰ ਉਹਨਾਂ ਨੇ ਉੱਚੇ ਡੇਰੇ ਕਹਿਣਾ, ਨਹੀਂ ਵੀ ਮੈਂ ਤੁਰ ਕੇ ਹੀ ਚੱਲ ਜੂ। ਉਹਨਾਂ ਦੀ ਨਿਮਰਤਾ, ਪਰ ਗਿਆਨੀ ਜੀ ਦਾ ਹੁੰਦਾ ਸੀ ਵੀ ਨਹੀਂ, ਉਹਨਾਂ ਦਾ ਸਤਿਕਾਰ ਕਰਨਾ। ਉਹ ਵੱਡੇ ਨੇ, ਵਿਦਵਾਨ ਨੇ, ਉਹਨਾਂ ਵਿੱਚ ਨਿਮਰਤਾ ਵੱਖਰੀ ਗੱਲ ਹੈ। ਉਹ ਨਿਮਰਤਾ ਕਰਕੇ ਕਹਿੰਦੇ ਵੀ ਮੈਂ ਤੁਰ ਕੇ ਹੀ ਉੱਠ ਜੂ, ਪਰ ਨਹੀਂ, ਛੱਡ ਕੇ ਹੀ ਆਉਣਾ। ਤੇ ਛੱਡਣ ਵਾਸਤੇ ਵੀ ਇੱਥੇ ਆਉਣ ਦਾ ਮੌਕਾ ਮਿਲਦਾ ਰਿਹਾ। ਇੱਕ ਵਾਰ, ਇਹ ਥੋੜੇ ਸਾਲਾਂ ਦੀ ਗੱਲ ਹੈ, ਤੇ ਮੈਂ ਮਹਾਂਪੁਰਸ਼ਾਂ ਦੇ ਕੋਲ ਦਰਸ਼ਨ ਕਰਨ ਇੱਥੇ ਆ ਗਿਆ। ਮੈਂ ਉਹਨਾਂ ਨੂੰ ਪੁੱਛਿਆ ਵੀ ਮਹਾਰਾਜ ਇੱਕ ਵਚਨ ਦੱਸਿਓ। ਮੈਂ ਦੱਸਣ ਲੱਗਿਆ ਵੀ ਨਿਮਰਤਾ ਉਹਨਾਂ ਵਿੱਚ ਕਿਵੇਂ ਆਈ। ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਉਹਨਾਂ ਨੇ ਪਹਿਲਾਂ ਵਚਨ ਸੁਣਾਇਆ, ਜਿੱਥੋਂ ਫਿਰ ਮੇਰੇ ਦਿਮਾਗ 'ਚ ਕੋਈ ਗੱਲ ਆਈ ਤੇ ਮੈਂ ਉਹਨਾਂ ਨੂੰ ਬੇਨਤੀ ਕਰਕੇ ਫਿਰ ਪੁੱਛਿਆ ਸੀ। ਕਹਿੰਦੇ ਇੱਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਮਹਾਂਪੁਰਸ਼ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ, ਤੇ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਗਿਆਨੀ ਵੀਰ ਸਿੰਘ ਜੀ, ਤੁਸੀਂ ਗ੍ਰੰਥੀ ਸਿੰਘ ਨੂੰ ਛੱਡ ਦਿਓ। ਕਹਿੰਦੇ ਮੈਂ ਗ੍ਰੰਥੀ ਸਿੰਘ ਨੂੰ ਛੱਡ ਦਿੱਤਾ ਤੇ ਰੌਲ ਤੇ ਮੈਂ ਬੈਠ ਗਿਆ। ਕਹਿੰਦੇ ਮਹਾਂਪੁਰਸ਼ਾਂ ਨੇ ਕੀ ਕੀਤਾ, ਜਿਹੜਾ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਸਿੰਘ, ਉਸ ਸਿੰਘ ਨੂੰ ਵੱਡੇ ਮਹਾਂਪੁਰਖਾਂ ਨੇ ਕਹਿੰਦੇ ਆਪ ਛੱਡਿਆ। ਕਹਿੰਦੇ ਮੇਰੇ ਮਨ 'ਚ ਆਇਆ ਵੀ ਸਾਡੇ ਵਿੱਦਿਆ ਦਾਤੇ ਨੇ, ਇਹਨਾਂ ਵਿੱਚ ਇੰਨੀ ਨਿਮਰਤਾ ਵੀ ਮੈਨੂੰ ਇਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦੀ ਰੌਲ ਤੇ ਬਿਠਾਇਆ, ਆਪ ਜਪਜੀ ਸਾਹਿਬ ਦੀ ਰੌਲ ਲਾਣ ਬੈਠ ਗਏ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮਹਾਰਾਜ ਇੱਕ ਬੇਨਤੀ ਵੀ ਆਪ ਜੀ ਇਹ ਦੱਸੋ ਵੀ ਮਹਾਂਪੁਰਖ ਸੋਧ ਸਦਾਈ ਬਹੁਤ ਰੱਖਦੇ ਸੀ, ਵੀ ਤੁਸੀਂ ਕਦੇ ਉਹਨਾਂ ਨੂੰ ਪੁੱਛਿਆ ਵੀ ਮਹਾਰਾਜ ਇਹ ਕਿਉਂ ਰੱਖਦੇ ਹੋ, ਇਹਦਾ ਕਾਰਨ ਕੀ ਹੈ। ਗਿਆਨੀ ਵੀਰ ਸਿੰਘ ਜੀ ਨੇ ਜਿਵੇਂ ਦੱਸਿਆ ਮੈਂ ਉਵੇਂ ਹੀ ਦੱਸਣ ਲੱਗਾ ਆਪ ਜੀ ਨੂੰ। ਗਿਆਨੀ ਵੀਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮੈਂ ਮਹਾਂਪੁਰਖਾਂ ਨੂੰ ਪੁੱਛਿਆ ਵੀ ਮਹਾਰਾਜ ਜਿਵੇਂ ਆਪ ਜੀ ਇੰਨੀ ਵਾਰ ਹੱਥ ਮਾਂਜਦੇ ਹੋ, ਕੋਈ ਹੋਰ ਵੀ ਇਹ ਮਾਂਜਦਾ ਹੁੰਦਾ। ਗਿਆਨੀ ਵੀਰ ਸਿੰਘ ਜੀ ਕਹਿੰਦੇ ਮਹਾਂਪੁਰਖ ਪਹਿਲਾਂ ਮੇਰੇ ਵੱਲ ਨੂੰ ਟੇਢਾ ਜਿਹਾ ਝਾਕ ਕੇ ਤੇ ਫੇਰ ਕਹਿਣ ਲੱਗੇ, ਭਾਈ ਜੀ ਜੇ ਮੈਂ ਇੰਨੀ ਵਾਰ ਹੱਥ ਮਾਂਜਦਾ ਤੁਸੀਂ ਤਾਂ 5 ਵਾਰ ਮਾਂਜਦੇ ਹੋ, ਜੇ ਮੈਂ 5 ਵਾਰ ਤੇ ਆ ਗਿਆ ਤੁਸੀਂ ਤਾਂ ਉਹੀ ਨਾ ਮਾਂਜੋ।
ਪਹਿਲਾਂ ਕਹਿੰਦੇ ਇਹ ਜਵਾਬ ਦਿੱਤਾ, ਫਿਰ ਨਾਲ ਹੀ ਬਚਨ ਕਿਹਾ, ਕਹਿੰਦੇ ਪਵਿੱਤਰਤਾਈ ਕਰਨ ਦੇ ਨਾਲ, ਸੁਚਮ ਰੱਖਣ ਦੇ ਨਾਲ ਬੁੱਧੀ ਪਵਿੱਤਰ ਹੋਊਗੀ। ਜਿਵੇਂ ਕਹਿੰਦੇ ਬੁੱਧੀ ਪਵਿੱਤਰ ਹੋਈ ਹੋਵੇ, ਜਿਵੇਂ ਗਹਿਣੇ ਦੇ ਵਿੱਚ ਨਗ ਜੜਿਆ ਜਾਂਦਾ ਉਹ ਨਿਕਲਦਾ ਨਹੀਂ ਹੈ, ਕਹਿੰਦੇ ਪਵਿੱਤਰ ਹੋਈ ਬੁੱਧੀ ਵਿੱਚ ਜਿਹੜੀ ਤੁਸੀਂ ਬ੍ਰਹਮ ਵਿਦਿਆ ਪੜ੍ਹ ਰਹੇ ਹੋ, ਇਹਦੇ ਜਿਹੜੇ ਅਰਥ ਨੇ ਜਿਵੇਂ ਗਹਿਣੇ ਦੇ ਵਿੱਚ ਨਗ ਜੜਿਆ ਹੁੰਦਾ, ਇਵੇਂ ਕਹਿੰਦੇ ਅਰਥ ਤੁਹਾਡੀ ਬੁੱਧੀ ਵਿੱਚ ਜੜੇ ਜਾਣਗੇ। ਇਹ ਮਹਾਪੁਰਸ਼ਾਂ ਨੇ ਸਾਧ ਸੰਗਤ ਜੀ ਜਵਾਬ ਦਿੱਤਾ। ਪਰ ਧੰਨ ਸਨ ਜਿਨ੍ਹਾਂ ਵਰਗੀ ਨਿਮਰਤਾ ਕਿਸੇ ਵਿੱਚ ਹੋ ਨਹੀਂ ਸਕਦੀ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰ ਇਤਿਹਾਸ ਅੰਦਰ ਇੱਕ ਬਚਨ ਕਹੇ, ਉਹ ਬਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ। ਉਹਨਾਂ ਨੇ ਬਚਨ ਕਹੇ, ਕਹਿੰਦੇ ਕੋ ਜਨਮਿਓ ਐਸੋ ਜਗ ਮਾਹੇ, ਪ੍ਰਭਤਾ ਪਾਏ ਜਾਸ ਮਦ ਨਾਹੀ। ਕਹਿੰਦੇ ਭਾਈ ਕੋਈ ਜੰਮਿਆ ਦੁਨੀਆ ਵਿੱਚ ਐਸਾ ਇਨਸਾਨ ਕੋਈ ਹੈ ਜਿਹਨੇ ਜਨਮ ਲਿਆ ਹੋਵੇ, ਪ੍ਰਭਤਾ ਪਾਏ, ਪ੍ਰਭਤਾ ਵਡਿਆਈ ਮਿਲੇ, ਜਾਸ ਮਦ ਨਾਹੇ, ਕਹਿੰਦੇ ਉਹਦੇ ਅੰਦਰ ਹੰਕਾਰ ਨਾ ਹੋਇਆ ਹੋਵੇ। ਫਿਰ ਇਹਦਾ ਦੂਜਾ ਅਰਥ ਕਰਦੇ, ਕਹਿੰਦੇ ਕੋ ਜਨਮਿਓ, ਕਹਿੰਦੇ ਕੋਈ ਜਨਮਿਆ ਐਸਾ, ਪ੍ਰਭਤਾ ਪਾਏ, ਪ੍ਰਭਤਾ ਵਡਿਆਈ ਤਾਂ ਮਿਲੀ ਪਰ ਮਦ ਨਾਹੇ, ਕਦੇ ਹੰਕਾਰ ਨਹੀਂ ਹੋਇਆ। ਉਹਨਾਂ ਵਿੱਚ ਗਿਆਨੀ ਵੀਰ ਸਿੰਘ ਜੀ ਮਹਾਂਪੁਰਖਾਂ ਦਾ ਨਾਮ ਸਾਧ ਸੰਗਤ ਜੀ ਆਂਦਾ, ਜਿਨ੍ਹਾਂ ਨੂੰ ਐਡੇ ਵੱਡੇ ਵਿਦਵਾਨ ਹੋਏ, ਨਿਮਰਤਾ ਹੋਈ, ਪਰ ਹੰਕਾਰ ਨਹੀਂ ਉਹਨਾਂ ਦੇ ਮਨ ਵਿੱਚ ਆਇਆ। ਸਟੇਜ ਉੱਤੇ ਜੇ ਕਿਤੇ ਬੋਲਦੇ ਸੀ, ਜੇ ਪਹਿਲਾਂ ਉਹਨਾਂ ਨੂੰ ਸਮਾਂ ਮਿਲ ਗਿਆ ਤਾਂ ਮਗਰ ਵਾਲਿਆਂ ਨੂੰ ਸੋਚਿਆ ਪੈ ਜਾਂਦੀ ਸੀ ਵੀ ਮੈਂ ਕੀ ਸੁਣਾਵਾਂ। ਜੇ ਸਾਧ ਸੰਗਤ ਜੀ ਇਹਨਾਂ ਨੂੰ ਅਖੀਰ ਤੇ ਟਾਈਮ ਦਿੰਦੇ, ਫਿਰ ਉਹ ਐ ਹੁੰਦਾ ਸੀ ਜਿਵੇਂ ਜੱਟ ਬਾਅਦ ਵਿੱਚ ਸੁਹਾਗਾ ਮਾਰ ਕੇ ਡਲੇ ਡੋਲੇ ਭੰਨ ਦਿੰਦਾ, ਫਿਰ ਸਾਰਿਆਂ ਤੇ ਐਂ ਕਰ ਦਿੰਦੇ ਸੀ ਕੰਮ। ਐਸੇ ਵਿਦਵਾਨ ਸਨ ਮਹਾਂਪੁਰਖ, ਐਸੇ ਵਿਦਵਾਨ ਮਹਾਂਪੁਰਖ ਸਰੀਰ ਕਰਕੇ ਸਾਡੇ ਵਿੱਚੋਂ ਗਏ। ਇਹ ਘਾਟਾ ਪੂਰਾ ਤਾਂ ਨਹੀਂ ਹੋ ਸਕਦਾ, ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਹ ਘਾਟਾ ਆਪੇ ਪੂਰੀਆਂ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਇੰਨਾ ਕੁਝ ਬੋਲਦਾ ਦਾਸ ਖਿਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ